ਫਰੀਦਕੋਟ ਦੇ ਲਾਪਤਾ ਮਨੋਜ ਕਪੂਰ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਦੇ ਸੀਬੀਆਈ ਨੂੰ ਦਿੱਤੇ ਆਦੇਸ਼। ਕਰੀਬ 8 ਸਾਲ ਪਹਿਲਾਂ ਏਟੀਐਮ 'ਚ ਕੈਸ਼ ਪਾਉਣ ਗਿਆ ਲਾਪਤਾ ਹੋਇਆ ਸੀ ਮਨੋਜ ਕਪੂਰ। ਫਰੀਦਕੋਟ ਦੇ ਬਹੁ ਚਰਚਿਤ ਮਨੋਜ ਕਪੂਰ ਗੁੰਮਸ਼ੁਦਗੀ ਮਾਮਲੇ ਵਿੱਚ ਕਰੀਬ 8 ਸਾਲ ਬੀਤ ਜਾਣ ਦੇ ਬਾਅਦ ਵੀ ਪਰਿਵਾਰ ਦੇ ਹੱਥ ਨਿਰਾਸ਼ਾ ਹੈ ਅਤੇ ਪੰਜਾਬ ਪੁਲਿਸ ਅਤੇ ਸੀਬੀਆਈ ਵਰਗੀਆਂ ਜਾਂਚ ਏਜੰਸੀਆਂ ਵੀ ਮਨੋਜ ਕਪੂਰ ਦਾ ਕੋਈ ਖੁਰਾ ਖੋਜ ਨਹੀਂ ਲੱਭ ਸਕੀਆਂ। ਪਰ ਹੁਣ ਪੰਜਾਬ ਵਿੱਚ ਸੱਤਾ ਤਬਦੀਲੀ ਹੋਣ ਨਾਲ ਪੀੜਤ ਪਰਿਵਾਰ ਨੂੰ ਜਿੱਥੇ ਇਨਸਾਫ ਦੀ ਆਸ ਬੱਝੀ ਹੈ, ਉੱਥੇ ਹੀ ਅਦਾਲਤ ਨੇ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਦੇ ਆਦੇਸ਼ ਸੀਬੀਆਈ ਨੂੰ ਦੇ ਦਿੱਤੇ ਹਨ। ਜਦੋਂ ਕਿ ਸੀਬੀਆਈ ਇਸ ਮਾਮਲੇ ਦੀ ਜਾਂਚ ਤੇ ਪਹਿਲਾਂ ਹੀ ਕਲੋਜ਼ਰ ਰਿਪੋਰਟ ਪੇਸ਼ ਕਰ ਆਪਣੇ ਹੱਥ ਖੜੇ ਕਰ ਚੁੱਕੀ ਸੀ। ਮਨੋਜ ਕਪੂਰ ਦੀ ਭੈਣ ਨੀਤੂ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2014 ਤੋਂ ਲਾਪਤਾ ਮਨੋਜ ਕਪੂਰ ਦਾ ਨਾ ਤਾਂ ਪੰਜਾਬ ਪੁਲਿਸ ਅਤੇ ਨਾ ਹੀ ਸੀਬੀਆਈ ਕੋਈ ਪਤਾ ਲਗਾ ਸਕੀ ਹੈ, ਕਿਉਂਕਿ ਮਨੋਜ ਕਪੂਰ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਭਾਜਪਾ ਦੇ ਇੱਕ ਵੱਡੇ ਆਗੂ ਦੀ ਕੰਪਨੀ ਹੈ। ਇਸ ਲਈ ਕੰਪਨੀ ਦੇ ਕਿਸੇ ਵੀ ਬੰਦੇ ਤੋਂ ਨਾ ਤਾਂ ਪੁਲਿਸ ਅਤੇ ਨਾ ਹੀ ਸੀਬੀਆਈ ਕੋਈ ਪੁੱਛ ਪੜਤਾਲ ਕਰ ਸਕੀ ਹੈ, ਜਿਸ ਨਾਲ ਉਹਨਾਂ ਨੂੰ ਮਨੋਜ ਕਪੂਰ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਉਹਨਾਂ ਦੋਸ਼ ਲਗਾਏ ਕਿ ਉਸਦੇ ਭਰਾ ਮਨੋਜ ਕਪੂਰ ਦੀ ਗੁੰਮਸ਼ੁਦਗੀ ਪਿੱਛੇ ਇਸੇ ਕੰਪਨੀ ਦੇ ਕਿਸੇ ਕਰਮਚਾਰੀ ਦਾ ਹੱਥ ਹੈ। ਉਹਨਾਂ ਕਿਹਾ ਕਿ ਸੀਬੀਆਈ ਨੇ ਇਸ ਕੇਸ ਵਿੱਚ ਕੋਈ ਵੀ ਸੁਰਾਗ ਨਾ ਮਿਲਣ ਦੇ ਕਹਿ ਕੇ ਇਸ ਦੀ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਸੀ, ਪਰ ਉਹਨਾਂ ਆਪਣੇ ਵਕੀਲ ਰਾਹੀਂ ਮਾਣਯੋਗ ਅਦਾਲਤ ਦਾ ਧਿਆਨ ਕੇਸ ਦੇ ਉਹਨਾਂ ਪਹਿਲੂਆਂ ਵੱਲ ਦਿਵਾਇਆ ਜਿਨ੍ਹਾਂ ਤੇ ਕਿਸੇ ਵੀ ਜਾਂਚ ਏਜੰਸੀ ਨੇ ਕੰਮ ਨਹੀਂ ਸੀ ਕੀਤਾ। ਇਸ ਦੇ ਚੱਲਦੇ ਅਦਾਲਤ ਨੇ ਇਸ ਕੇਸ ਦੀ ਮੁੜ ਜਾਂਚ ਕਰਨ ਦੇ ਆਦੇਸ਼ ਸੀਬੀਆਈ ਨੂੰ ਦੇ ਦਿੱਤੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੋਜ ਕਪੂਰ ਦੀ ਭੈਣ ਨੀਤੂ ਕਪੂਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ, ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੀ ਇਹ ਰਿਪੋਰਟ। देखो ਅਸੀਂ ਪਹਿਲਾਂ ਪੰਜਾਬ ਸਰਕਾਰ ਕੋਲ ਇਹ ਕੇਸ ਸੀਗਾ, ਉਸ ਤੋਂ ਬਾਅਦ ਐਸਆਈਟੀ ਬਣੀ ਤੇ ਅਸੀਂ ਫਿਰ ਉਸ ਤੋਂ ਬਾਅਦ ਸੀਬੀਆਈ ਕੋਲੇ ਕੇਸ ਅਸੀਂ ਮਿੰਤਾ ਕਰਕੇ ਹੀ ਲਿਆ ਕਰਾਣਾ, ਧਰਨੇ ਲਗਾ ਕੇ ਲਿਆ। ਕਿਤੇ ਨਾ ਕਿਤੇ ਹਰੇਕ ਪਰਿਵਾਰ ਨੂੰ ਉਮੀਦ ਹੁੰਦੀ ਹੈ ਕਿ ਸਭ ਤੋਂ ਚੰਗੀ ਜਿਹੜੀ ਜਾਂਚ ਏਜੰਸੀ ਉਹਦੇ ਤੋਂ ਅਸੀਂ ਕੰਮ ਕਰਵਾਈਏ, ਉਹ ਸ਼ਾਇਦ ਪਤਾ ਲੱਗ ਸਕੇ। ਤੇ ਮੈਨੂੰ ਐ ਲੱਗੇ ਕਿ ਸੀਬੀਆਈ ਤੋਂ ਉੱਪਰ ਕੁਝ ਨਹੀਂ ਹੈਗਾ, ਸ਼ਾਇਦ ਮਤਲਬ ਇਸ ਟਾਈਮ ਤੱਕ ਸੀਬੀਆਈ ਨੂੰ ਲੱਭ ਲੈਣਾ ਚਾਹੀਦਾ ਸੀਗਾ, ਪਰ ਉਹਨਾਂ ਨੇ ਹਾਲੇ ਤੱਕ ਉਹਨਾਂ ਤੋਂ ਵੀ ਕੁਝ ਨਹੀਂ ਹੋਇਆ। ਮੈਨੂੰ ਨਹੀਂ ਪਤਾ ਉਹ ਕਿਸੇ ਸਰਕਾਰ ਦੇ ਦਬਾਅ ਹੇਠ ਸੀ, ਕਿਉਂਕਿ ਜਿਹੜੀ ਕੰਪਨੀ ਹੈ ਜਿਹਦੇ ਥਰੂ ਮੇਰਾ ਭਰਾ ਕਿਡਨੈਪ ਹੋਇਆ ਉਹ ਇੱਕ ਬਹੁਤ ਵੱਡੇ ਬੀਜੇਪੀ ਲੀਡਰ ਦੀ ਕੰਪਨੀ ਹੈ। ਤੇ ਹੁਣ ਇਹਨੂੰ ਜਿਹੜਾ ਕਲੋਜ਼ਰ ਰਿਪੋਰਟ ਦਿੱਤੀ ਸੀ ਸੀਬੀਆਈ ਨੇ ਵੀ ਕਿ ਸਾਡੇ ਤੋਂ ਵੀ ਮਨੋਜ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ, ਤਾਂ ਮੈਂ ਉਹਨਾਂ ਦੇ ਅੱਗੇ ਇਹੀ ਪੁਆਇੰਟ ਰੱਖਿਆ ਹੈ ਕਿ ਅਗਰ ਉਹ ਨਹੀਂ ਪਤਾ ਲਗਾ ਪਾ ਰਹੇ, ਪਹਿਲੀ ਗੱਲ ਤਾਂ ਬਹੁਤ ਸਾਰੇ ਪੁਆਇੰਟਸ ਹੈ ਜਿਨ੍ਹਾਂ ਦੇ ਉੱਪਰ ਉਹਨਾਂ ਨੇ ਜਾਂਚ ਨਹੀਂ ਕੀਤੀ ਤੇ ਉਹਨਾਂ ਨੂੰ ਲੈ ਕੇ ਅਸੀਂ ਮਾਨਯੋਗ ਅਦਾਲਤ ਕੋਲ ਗਏ ਹਾਂ। ਉਹਨਾਂ ਨੇ ਇਸ ਚੀਜ਼ ਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਕਿ ਨਹੀਂ ਵਾਕਈ ਸੀਬੀਆਈ ਨੇ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ। ਦੂਸਰੀ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਕਰਕੇ ਮਨੋਜ ਦੇ ਨਾਲ ਇਹ ਹਾਦਸਾ ਹੋਇਆ ਉਹਨਾਂ ਨੂੰ ਐਟਲੀਸਟ ਸਜ਼ਾ ਹੋਣੀ ਚਾਹੀਦੀ ਸੀ। ਉਹਨਾਂ ਨੂੰ ਸਜ਼ਾ ਕਿਉਂ ਨਹੀਂ ਹੋਈ? ਕਿਉਂਕਿ ਚਾਹੇ ਉਹ ਐਸਆਈਐਸ ਪ੍ਰੋਸੀਜਰ ਬਹੁਤ ਵੱਡੀ ਕੰਪਨੀ ਹੈ, ਬੀਜੇਪੀ ਲੀਡਰ ਦੀ ਕੰਪਨੀ ਹੈ, ਕਿ ਇਸ ਕਰਕੇ ਉਹਦੇ 'ਤੇ ਐਕਸ਼ਨ ਨਹੀਂ ਲਿਆ ਗਿਆ। ਉਹਨਾਂ ਤੋਂ ਇੱਕ ਸਿੰਗਲ ਪੁੱਛਗਿੱਛ ਤੱਕ ਨਹੀਂ ਕੀਤੀ ਗਈ। ਉਹਨਾਂ ਦਾ ਕੋਈ ਵੀ ਕੰਪਨੀ ਦਾ ਬੰਦਾ ਇੱਥੇ ਵੱਡਾ ਨਹੀਂ ਆ ਕੇ ਖੜਿਆ। ਤੇ ਜਿਹੜੇ ਜਿਨ੍ਹਾਂ ਕਰਕੇ ਮੇਰੇ ਭਰਾ ਦੀ ਜਾਨ ਖਤਰੇ 'ਚ ਪਈ ਹੈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਠੀਕ ਹੈ, ਚਾਹੇ ਉਹ ਕੰਪਨੀ ਦਾ ਵਰਕਰ ਹੈ ਜਾਂ ਕੰਪਨੀ ਦਾ ਓਨਰ ਹੈ। ਸੋ ਜੇ ਉਹ ਮਨੋਜ ਦਾ ਪਤਾ ਨਹੀਂ ਲਗਾ ਪਾ ਰਹੇ ਤਾਂ ਉਹ ਜ਼ਰੂਰ ਇਹ ਚੀਜ਼ ਹੋਣੀ ਚਾਹੀਦੀ ਹੈ। ਜਦੋਂ ਉਹਨਾਂ ਨੂੰ ਸਜ਼ਾ ਹੋਗੀ ਨਾਲ ਦੀ ਨਾਲ ਇਹ ਕੇਸ ਦੇਖਿਓ ਆਪਣੇ ਆਪ ਮੈਨੂੰ ਲੱਗਦਾ ਕਿ ਸਾਰਾ ਕੁਝ ਸਾਹਮਣੇ ਆ ਜਾਏਗਾ। ਜੇ ਪੁਰਾਣੀ ਗੱਲ ਕਰੀਏ ਵੀ ਇਹ ਘਟਨਾ ਕਦੋਂ ਸ਼ੁਰੂ ਹੋਈ, ਕਿਸ ਤਰੀਕੇ ਦੇ ਨਾਲ ਇਸ 'ਚ ਪੰਜਾਬ ਪੁਲਿਸ ਨੇ ਪਹਿਲਾਂ ਪੜਤਾਲ ਕੀਤੀ, ਸੀਬੀਆਈ ਨੇ ਕਿਸ ਤਰ੍ਹਾਂ ਕੀਤੀ, ਕਿਸ ਤਰ੍ਹਾਂ ਇਹ ਸਾਰਾ ਆਪਣਾ ਜਿਹੜਾ ਸੰਘਰਸ਼ ਵੀ ਚੱਲਿਆ, ਇਹ ਕਿਸ ਤਰੀਕੇ ਦਾ ਮਾਮਲਾ ਸੀ, ਕਦੋਂ ਸ਼ੁਰੂ ਹੋਇਆ? ਸਰ 25 ਮਈ 2014 ਨੂੰ ਮਨੋਜ ਕਿਡਨੈਪ ਹੁੰਦਾ ਹੈ। ਅਸੀਂ ਉਸ ਦਿਨ ਪੁਲਿਸ ਕੋਲ ਗਏ ਤੇ ਪੁਲਿਸ ਦਾ ਉਸ ਟਾਈਮ ਤੇ ਬਹੁਤ ਹੀ ਜ਼ਿਆਦਾ ਗੰਦਾ ਵਰਤਾਓ ਸੀਗਾ ਜਿਹੜਾ ਉਹਨਾਂ ਨੇ ਕੀਤਾ। ਉਹਨਾਂ ਨੇ ਸਿੰਪਲ ਗੱਲ ਹੀ ਕਹੀ ਜੀ ਕੋਈ ਗੱਲ ਨਹੀਂ, ਭੱਜ ਗਿਆ ਹੋਣਾ ਕਿਤੇ, ਆ ਜਾਊਗਾ ਆਪਣੇ ਆਪ। ਅੱਜ ਕੱਲ੍ਹ ਮੁੰਡੇ ਵੈਸੇ ਵੀ ਕੁੜੀਆਂ ਲੈ ਕੇ ਭੱਜ ਜਾਂਦੇ ਆ। ਸੋ ਇਹੋ ਜਿਹੀ ਗੱਲਾਂ ਉਹਨਾਂ ਨੇ ਬੜਾ ਕਹਿ ਕੇ ਮਜ਼ਾਕ ਉਡਾਇਆ ਇੱਕ ਤਰ੍ਹਾਂ ਨਾਲ। ਮਤਲਬ ਫਿਰ ਅਸੀਂ ਉਹਨਾਂ ਨੂੰ ਕਾਫੀ ਮਿੰਨਤਾਂ ਕੀਤੀ, ਉਹਨਾਂ ਨੇ ਕੋਈ ਇਹਦੇ 'ਤੇ ਕਾਰਵਾਈ ਨਹੀਂ ਕੀਤੀ। ਜਦੋਂ ਧਰਨੇ ਲੱਗ ਗਏ, ਲੋਕ ਇਕੱਠੇ ਹੋ ਗਏ, ਫਰੀਦਕੋਟ ਬੰਦ ਹੋ ਗਿਆ, ਮਾਲਵਾ ਬੰਦ ਹੋ ਗਿਆ, ਫਿਰ ਜਾ ਕੇ ਇਹਨਾਂ ਦੀ ਅੱਖਾਂ ਖੁੱਲੀਆਂ ਤੇ ਅਸੀਂ ਦਰੀ ਲੈ ਕੇ ਪੁਲਿਸ ਸਟੇਸ਼ਨ ਦੇ ਬਾਹਰ ਹੀ ਬਹਿ ਗਏ ਸੀ। ਤੇ ਸਾਡੇ ਨਾਲ ਬਹੁਤ ਸਾਰੇ ਪਰਿਵਾਰ ਇਕੱਠੇ ਹੋ ਕੇ ਬਹਿ ਗਏ ਸੀ ਜਿਨ੍ਹਾਂ ਨੂੰ ਅਸੀਂ ਇਕੱਠੇ ਕੀਤਾ ਕਿ ਜਿਨ੍ਹਾਂ ਦੇ ਬੱਚੇ ਲਾਪਤਾ ਹੋਏ। 2 ਸਾਲ ਅਸੀਂ ਮੀਂਹ ਹਨੇਰੀ ਕੁਛ ਨਹੀਂ ਦੇਖਿਆ, ਧਰਨੇ ਤੇ ਅਸੀਂ ਬੈਠੇ ਰਹੇ। ਫਿਰ ਇਹ ਕੇਸ ਮਤਲਬ ਜਿਹੜਾ ਹੈਗਾ ਸੀਬੀਆਈ ਦੇ ਕੋਲ ਗਿਆ। ਸੀਬੀਆਈ ਕੋਲੋਂ ਵੀ ਹੁਣ ਉਹਨਾਂ ਨੇ ਫਾਈਨਲੀ ਜਿਹੜੀ ਸੀਗੀ ਕਲੋਜ਼ਰ ਰਿਪੋਰਟ ਦੇਤੀ। ਸੋ ਮੇਰੀ ਮਤਲਬ ਪੰਜਾਬ ਸਰਕਾਰ ਨੂੰ ਇਸ ਟਾਈਮ ਤੇ ਇਹੀ ਬੇਨਤੀ ਹੈ ਕਿ ਅਸੀਂ ਜੇ ਇਹੋ ਜਿਹੇ ਪ੍ਰਸ਼ਾਸਨ ਤੋਂ ਵੀ ਅਸੀਂ ਇਨਸਾਫ ਨਹੀਂ ਲੈ ਸਕਦੇ ਤਾਂ ਅਸੀਂ ਕਿੱਥੇ ਜਾਵਾਂਗੇ। ਹੁਣ ਕੀ ਮੰਗ ਕਰਦੇ ਹੋ ਤੁਸੀਂ, किस तरीके ਦੀ ਕੋਈ सीबीआई ਤੋਂ उम्मीद रखते हो? बस आस ही रखी बच्चा चल आ जाओ।
बहुत मन दुखी। अस तो ये कहते जो रजिंदर पहले धमकी दे के गया सी उन्होंने तो उम्र कैद ही होनी चाहिए। दीपक शर्मा और शर्मा इन्होंने तो कैद करना चाहिए, इन्होंने उम्र कैद बस। इन्नी भी कि गल है जोड़े कि बच्चे तो पता ही नहीं कि कोई सुई है ब्रेक जड़ी नहीं लभ रही। 27 साल का बच्चा कितना बड़ा गभरू बच्चा होता है। बस मैं तो भगवंत मान जी को लिखो बेनती कर दिया कि बच्चे ने अपनी माँ को मिला दो बस। केस दोबारा हम सीबीआई को दोबारा जांच करेगी कि लगता कि इस बार भी मतलब आस हैगी है कि जब नवी सरकार तो उम्मीद तो हैगी। देखो जे कर देन क्यों ये आदमी जी आम आदमी पार्टी है ना तो खाते ना खान देंगे, सीधी गल। दूजी पार्टी सारे खान दे होंगे तो उन्होंने साडा कुछ नहीं किया। उम्मीद बहुत रखते जे कर देन तो।